सोन काटो की तलाश विच घोगा स्कूल गया, पर स्कूल नहीं पहुंचा। ਉਹ बाग विच सोन काटो ਨੂੰ ਲੱਭਣ ਲਈ ਚਲਾ ਗਿਆ। ਤੁਰਦਾ ਤੁਰਦਾ ਬਹੁਤ ਅੱਗੇ ਨਿਕਲ ਆਇਆ ਅਤੇ ਅੱਗੇ ਆਂਦਿਆਂ ਹੀ ਉਸਨੂੰ ਇੱਕ ਪ੍ਰਕਿਰਤੀ ਵਿਗਿਆਨ ਖੋਜ ਕੇਂਦਰ ਦੇਖਿਆ ਤਾਂ ਉਹ ਅੰਦਰ ਜਾਣ ਲਈ ਤਿਆਰੀ ਕਰ ਹੀ ਰਿਹਾ ਸੀ। ਘੋਗਾ ਪਹਿਲਾਂ ਉਸ ਵਿਗਿਆਨ ਖੋਜ ਕੇਂਦਰ ਨੂੰ ਦੇਖ ਕੇ ਡਰ ਗਿਆ। ਉਸ ਦੇ ਅੰਦਰ ਪਹੁੰਚਣ ਤੋਂ ਪਹਿਲਾਂ ਗੇਟ ਤੇ ਇੱਕ ਆਵਾਜ਼ ਸੁਣਾਈ ਦਿੱਤੀ, ਠਹਿਰੋ ਬੇਟਾ, गेट खोलन की कोशिश ना करो, थोड़ी देर बाद ये आप ही खुल जाएगा, तो अंदर आ जाना। घोगे नूं ये आवाज़ सुन के डर लगन लगा। वो सोचन लगा कि किते जादू का महल तो नहीं, वो उसनूं फसा तो नहीं लवेगा। तो उसने देखा उत्थे बहुत सारे जानवर अते पंछी सन। घोगे ने वेख्या कि दफ्तर विच एक वड्डे मेज़ ते चिट्टे चोले वाले बाबा जी बैठे हैं। ਉਹ ਬੈਠੇ ਕੁਝ ਲਿਖ ਰਹੇ ਸਨ। ਉਹਨਾਂ ਦੀਆਂ ਚਿੱਟੀਆਂ ਲੰਮੀਆਂ ਦਾੜੀ ਮੁੱਛਾਂ ਸਨ ਅਤੇ ਉਹਨਾਂ ਦਾ ਲਾਲ ਸੁਹਰ ਚਿਹਰਾ ਦਗ-ਦਗ ਕਰ ਰਿਹਾ ਸੀ। ਉਸ ਵਿਅਕਤੀ ਦੇ ਵਾਲ ਸਵਾਰ ਕੇ ਪਿੱਛੇ ਵੱਲ ਸੁੱਟੇ ਲੰਮੇ ਚਿੱਟੇ ਵਾਲ ਦੇਖ ਕੇ ਘੋਗੇ ਨੂੰ ਲੱਗਿਆ ਕਿ ਉਹ ਕੋਈ ਮਹਾਪੁਰਸ਼ ਹਨ। ਉਹਨਾਂ ਨੇ ਘੋਗੇ ਨੂੰ ਪੁੱਛਿਆ, ਕੀ ਗੱਲ ਸਕੂਲੋਂ ਆਇਆ ਹੈ? ਤਾਂ ਘੋਗੇ ਨੂੰ ਕਿਹਾ, ਹਾਂ ਸਕੂਲੋਂ ਤੁਰਦਾ ਆਇਆ ਹੈ। तो उसने फिर क्या, हाँ और तुरद्या तुरद्या तेनों प्यास लगी होएगी। घोगे ने फिर हाँ विच उत्तर दिता अते क्या भुख भी लगी है। तो उस खोज केंद्र के बाबा जी ने उसनूं एक शरबत घोल के दिता अते जिसनूं पी के घोगा बहुत खुश होया अते उसनूं हुण भुख भी नहीं लग रही सी अते ना ही कोई प्यास लगी सी। फिर उन्होंने घोगे नूं पुछया कि तू स्कूलों क्यों नस्या फिरदा है? ਇਹ ਸੁਣ ਕੇ ਘੋਗਾ ਡਰ ਗਿਆ। ਉਸਨੇ ਕਿਹਾ ਕਿ ਮੈਨੂੰ ਪੜ੍ਹਾਈ ਨਹੀਂ ਆਉਂਦੀ, ਇਸ ਲਈ ਅਧਿਆਪਕਾਂ ਤੋਂ ਡਰਦਾ ਮੈਂ ਸਕੂਲੋਂ ਨੱਸ ਆਇਆ ਹਾਂ। ਉਹ ਸੋਚਦਾ ਸੀ ਕਿ ਸੋਨ ਕਾਟੋ ਉਸਦੇ ਕੰਮ ਵਿੱਚ ਮਦਦ ਕਰੇਗੀ। ਸੋਨ ਕਾਟੋ ਅੱਗੇ ਵੀ ਉਸਦੇ ਕੰਮ ਵਿੱਚ ਮਦਦ ਕਰਦੀ ਹੈ, ਉਸਦੀ ਪੜ੍ਹਾਈ ਲਈ ਪ੍ਰੇਰਨਾ ਕਰਦੀ ਹੈ। ਉਸਨੂੰ ਲੱਭਦਾ ਲੱਭਦਾ ਹੀ ਉਹ ਇੱਥੇ ਤੱਕ ਆ ਗਿਆ ਹੈ। ਤਾਂ ਬਾਬਾ ਜੀ ਨੇ ਕਿਹਾ ਕਿ ਉਸਨੂੰ ਇੱਕ ਦਵਾਈ ਦੇਣਗੇ जिस नाल उसका सरीरक अते मनोविग्यानक दोवें किस्म के विकास होणगे। पहला तो वह रोटी खा के सौ जाता सी, पर अज जदों घर पहुंचा तो दवाई खा के सुता नहीं। उसनूं चाह चढ़िया होया सी, उसनूं कुछ करन नूं पढ़न नूं दिल कर रहा सी। उसने अपनियां रखियां होईयां सारियां चीज़ां नूं अलमारी ते मेज़ ते टिका के सजाण लगा अते कापियां किताबां ते नज़र भी मारी। उसनूं पहला पढ़िया लिखिया अते कुछ सुनिया याद आन लगा। उसनूं इस तरह लगा कि जिवें दवाई का असर हो रहा है। वो बहुत खुश नज़र आ रहा सी ते क्योंकि उसके दिमाग विच ये गल बैठ गई सी कि बाबा जी द्वारा दिती हुई दवाई उसकी पढ़ाई विच सहायता करेगी। इसनूं जादू नहीं कहा जा सकता। भोरा को दवाई खाण नाल घोगा बहुत एकागर हो जाता। मन एकागर करके ਉਹ ਸੋਨ ਕਾਟੋ ਦੇ ਵਿਸ਼ਵਾਸ ਵਿੱਚ ਨਹੀਂ ਸੀ ਹੁੰਦਾ ਜਿੰਨਾ ਉਹ ਦਵਾਈ ਲੈਣ ਨਾਲ ਉਸਦਾ ਮਨ ਇਕਾਗਰ ਹੁੰਦਾ ਹੈ। ਦਵਾਈ ਲੈਣ ਨਾਲ ਉਸ ਦੇ ਅੰਦਰ ਚੁਸਤੀ ਆ ਜਾਂਦੀ ਅਤੇ ਉਹ ਸਭ ਕੁਝ ਸਹਿਜ ਨਾਲ ਕਰਦਾ। ਉਸ ਅੰਦਰ ਕੋਈ ਸੰਕੋਚ, ਕੋਈ ਦੁਬਿਧਾ, ਕੋਈ ਹਿਚਕਿਚਾਹਟ ਨਹੀਂ ਸੀ ਰਹਿੰਦੀ। ਉਹ ਦਲੇਰੀ ਨਾਲ ਸਾਰੇ ਕੰਮ ਕਰਨ ਲਈ ਤਿਆਰ ਹੋ ਜਾਂਦਾ। ਉਸਦਾ ਦਿਮਾਗ ਇੰਨਾ ਤੇਜ਼ ਚੱਲਣ ਲੱਗ ਪੈਂਦਾ ਕਿ ਹਰ ਗੱਲ ਫਟ ਸਮਝ ਆ ਜਾਂਦੀ। ਉਸਨੂੰ ਆਪਣਾ ਪਾਠ ਇੱਕ ਵਾਰ ਪੜ੍ਹ ਕੇ ਵੀ ਯਾਦ ਹੋ ਜਾਂਦਾ ਅਤੇ ਇੱਕੋ ਵਾਰ ਪੜ੍ਹਿਆ ਉਸਨੂੰ ਇੰਜ ਚੇਤਾ ਹੁੰਦਾ ਜਿਵੇਂ ਇਹ ਹੁਣੇ ਹੀ ਪੜ੍ਹਿਆ ਹੈ। ਭਾਵ ਉਸ ਉੱਤੇ ਦਵਾਈ ਦਾ ਅਸਰ ਹੋਣ ਲੱਗਾ। ਇਹ ਦਵਾਈ ਸਿਰਫ ਉਸਦੇ ਆਪਣੀ ਮਨੋਵਿਗਿਆਨਕ ਕਰਕੇ ਹੀ ਸੀ। ਉਸ ਤੋਂ ਬਾਅਦ ਹਫ਼ਤੇ ਬਾਅਦ ਉਹ ਫਿਰ ਦੁਬਾਰਾ ਬਾਬਾ ਜੀ ਕੋਲ ਜਾਂਦਾ ਹੈ। ਬਾਬਾ ਜੀ ਦਾ ਸਹਾਇਕ ਹੈ ਜਿਸ ਦਾ ਨਾਮ ਰਵਿੰਦਰ ਹੈ। ਉਹ ਉਸਨੂੰ ਆਲੇ ਦੁਆਲੇ ਦੀ ਸੈਰ ਕਰਵਾਉਂਦਾ ਹੈ। ਉੱਥੇ ਲੱਗੇ ਚਿੱਟੇ ਫੁੱਲ ਖਿੜੇ ਹੋਏ ਹਨ। ਉਹ ਫੁੱਲ ਚਾਂਦੀ ਵਾਂਗ ਚਮਕ ਰਹੇ ਸਨ। ਫੁੱਲਾਂ ਉੱਤੇ ਸੈਂਕੜੇ ਰੰਗ ਬਰੰਗੀਆਂ ਤਿਤਲੀਆਂ ਉੱਡਦੀਆਂ ਫਿਰਦੀਆਂ ਸਨ। ਇਹ ਦ੍ਰਿਸ਼ ਘੋਗੇ ਨੂੰ ਤਿਰੰਗੇ ਝੰਡੇ ਵਰਗਾ ਲੱਗਿਆ। ਹਰਾ ਹਰਾ ਘਾਹ, ਚਿੱਟੇ ਚਿੱਟੇ ਫੁੱਲ ਅਤੇ ਫੁੱਲਾਂ ਉੱਤੇ ਰੰਗ ਬਰੰਗੀਆਂ ਤਿਤਲੀਆਂ ਉਸਨੂੰ ਬਹੁਤ ਸੁੰਦਰ ਲੱਗ ਰਹੀਆਂ ਸਨ। ਰਵਿੰਦਰ ਨੇ ਘੋਗੇ ਨੂੰ ਪ੍ਰੇਰਨਾ ਦਿੱਤੀ ਕਿ ਠੀਕ ਪੜ੍ਹਾਈ ਕਰਨ ਵਾਸਤੇ ਧਿਆਨ ਨਾਲ ਦੇਖਣ ਦੀ, ਸੁਣਨ ਦੀ, ਪੜਤਾਲ ਕਰਨ ਦੀ ਅਤੇ ਵਿਚਾਰ ਕਰਨ ਦੀ ਅਤੇ ਪ੍ਰਸ਼ਨ ਪੁੱਛਣ ਦੀ ਆਦਤ ਪਾਉਣੀ ਚਾਹੀਦੀ ਹੈ।
ਦਵਾਈਆਂ ਤੇ ਜ਼ਿਆਦਾ ਨਹੀਂ, ਮਤਲਬ ਦਵਾਈਆਂ ਉੱਪਰ ਜ਼ਿਆਦਾ ਵਿਸ਼ਵਾਸ ਨਹੀਂ ਕਰਨਾ ਚਾਹੀਦਾ, ਕਿਉਂਕਿ ਜਦੋਂ ਤੱਕ ਅਸੀਂ ਦਵਾਈਆਂ ਲੈਂਦੇ ਰਹਿੰਦੇ ਹਨ ਉਦੋਂ ਤੱਕ ਇਹ ਅਸਰ ਕਰਦੀਆਂ ਰਹਿੰਦੀਆਂ ਹਨ। ਜਦੋਂ ਅਸੀਂ ਦਵਾਈਆਂ ਜ਼ਿਆਦਾ ਲੈਣ ਲੱਗ ਜਾਂਦੇ ਹਾਂ ਤਾਂ ਇਹਨਾਂ ਦਵਾਈਆਂ ਦਾ ਵੀ ਅਸਰ ਹੋਣਾ ਸਾਡੇ ਸਰੀਰ ਤੇ ਬੰਦ ਹੋ ਜਾਂਦਾ ਹੈ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਦਾ ਹੋਇਆ ਰਵਿੰਦਰ ਉਸਨੂੰ ਬਾਬਾ ਜੀ ਕੋਲ ਲੈ ਕੇ ਜਾਂਦਾ ਹੈ ਅਤੇ ਬਾਬਾ ਜੀ ਉਸਨੂੰ ਦਵਾਈ ਦਿੰਦੇ ਹਨ। ਬਾਬਾ ਜੀ ਉਸਨੂੰ ਸਮਝਾਉਂਦੇ ਹਨ ਕਿ ਇੱਕ ਗੋਲੀ ਰੋਜ਼ ਦੀ ਲੈਣੀ ਹੈ, ਇੱਕ ਮਹੀਨਾ ਹਰ ਰੋਜ਼ ਇੱਕ ਗੋਲੀ, ਫਿਰ ਦੂਜੇ ਮਹੀਨੇ ਇੱਕ ਦਿਨ ਛੱਡ ਕੇ, ਤੀਜੇ ਮਹੀਨੇ 4 ਦਿਨ ਛੱਡ ਕੇ ਅਤੇ ਪੰਜਵੇਂ ਮਹੀਨੇ ਹਫਤੇ ਵਿੱਚ ਇੱਕ ਵਾਰ ਗੋਲੀ ਲੈਣੀ ਹੈ। ਪਰ ਜਦੋਂ ਘੋਗਾ ਉਹ ਗੋਲੀ ਖਾਂਦਾ ਤਾਂ ਉਸ ਵਿੱਚ ਬੜਾ ਉਤਸ਼ਾਹ ਆਉਂਦਾ, ਉਸਨੂੰ ਪੜ੍ਹਨ ਨੂੰ ਜੀ ਕਰਦਾ ਅਤੇ ਇਸ ਤਰ੍ਹਾਂ ਲੱਗਦਾ ਕਿ ਜਿਵੇਂ ਇਹ ਸਭ ਕੁਝ ਉਸ ਦਵਾਈ ਦੇ ਕਰਕੇ ਹੀ ਹੋ ਰਿਹਾ ਹੈ। ਪਰ ਜਦੋਂ ਉਹ ਦਵਾਈ ਨਹੀਂ ਖਾਂਦਾ ਤਾਂ ਉਸਦਾ ਹੌਸਲਾ ਟਹਿ ਜਾਂਦਾ, ਉਸਨੂੰ ਪੜ੍ਹਨ ਨੂੰ ਜੀ ਨਾ ਕਰਦਾ। ਤੇ 1 ਮਹੀਨਾ ਤਾਂ ਉਸਨੇ ਬਾਬਾ ਜੀ ਦੇ ਕਹੇ ਅਨੁਸਾਰ ਹਰ ਰੋਜ਼ ਇੱਕ ਗੋਲੀ ਖਾਧੀ। ਦੂਜੇ ਤੇ ਤੀਜੇ ਮਹੀਨੇ ਔਖਾ ਸੌਖਾ 1 ਦਿਨ ਤੋਂ 2 ਦਿਨ ਛੱਡ ਕੇ ਲੈ ਲੈਂਦਾ। ਜਿਸ ਦਿਨ ਗੋਲੀ ਨਹੀਂ ਸੀ ਲੈਂਦਾ ਉਸ ਦਿਨ ਉਸਦਾ ਮਨ ਇਕਾਗਰ ਨਹੀਂ ਹੁੰਦਾ ਸੀ। ਚੌਥੇ ਮਹੀਨੇ ਉਸਨੂੰ ਬਹੁਤ ਔਖਿਆਈ ਹੋਈ, ਕਿਉਂਕਿ ਦਵਾਈ 3 ਦਿਨ ਛੱਡ ਕੇ ਲੈਣੀ ਸੀ। ਉਹ 3 ਦਿਨ ਉਸਨੂੰ ਆਪ ਮਿਹਨਤ ਕਰਨੀ ਪੈਣੀ ਸੀ। 1 ਦਿਨ ਦਵਾਈ ਲੈਣ ਲਈ ਹੋਣ ਕਰਕੇ ਇਹ ਹਿੰਮਤ ਵੀ ਉਹਦੀ ਆਪਣੀ ਕਰਨੀ ਪੈਣੀ ਸੀ, ਪਰ ਉਹ ਪੂਰਾ ਵੀ ਮਿਹਨਤ ਆਪ ਨਹੀਂ ਸੀ ਕਰਦਾ। ਉਹ ਚੌਥਾ ਦਿਨ ਵੀ ਨਾ ਉਡੀਕਦਾ, ਜਦੋਂ ਦਿਲ ਕਰਦਾ ਦਵਾਈ ਲੈ ਲੈਂਦਾ। ਉਹ ਬਹੁਤਾ ਦਵਾਈ ਉੱਤੇ ਹੀ ਨਿਰਭਰ ਰਹਿ ਗਿਆ। ਇਸ ਦਾ ਨਤੀਜਾ ਇਹ ਨਿਕਲਿਆ ਕਿ ਜਿਹੜੀ ਦਵਾਈ 3-4 ਸਾਲ ਚੱਲ ਸਕਦੀ ਸੀ ਉਹ 1.5 ਸਾਲ ਤੱਕ ਨਹੀਂ ਚੱਲੀ। 8ਵੀਂ ਦੇ ਸਾਲਾਨਾ ਇਮਤਿਹਾਨ ਸ਼ੁਰੂ ਹੋਣੇ ਸਨ। ਉਸ ਵਿੱਚ ਕੁਝ ਦਿਨ ਬਾਕੀ ਰਹਿ ਗਏ ਸਨ ਕਿ ਦਵਾਈ ਮੁੱਕ ਗਈ। ਦਵਾਈ ਮੁੱਕੀ ਤਾਂ ਬਾਬਾ ਜੀ ਦੀ ਯਾਦ ਆਈ। ਐਤਵਾਰ ਦੁਪਹਿਰ ਵੇਲੇ ਘੋਗਾ ਪ੍ਰਕਿਰਤੀ ਵਿਗਿਆਨ ਖੋਜ ਕੇਂਦਰ ਵੱਲ ਚੱਲ ਪਿਆ। ਵੱਡੀ ਸੜਕ ਤੋਂ ਹੁੰਦਿਆਂ ਹੋਇਆਂ ਜਦੋਂ ਘੋਗਾ ਮੁੜਿਆ ਤਾਂ ਬੜਾ ਹੈਰਾਨ ਹੋ ਗਿਆ, ਕਿਉਂਕਿ ਉਹ ਦ੍ਰਿਸ਼ ਪਹਿਲਾਂ ਵਰਗਾ ਨਹੀਂ ਸੀ। ਪਹਿਲਾਂ ਉਸ ਰਸਤੇ ਵਿੱਚ ਮੋਰ ਪੰਖੀ ਬੂਟਿਆਂ ਦੀਆਂ ਕਤਾਰਾਂ ਵਿੱਚੋਂ 2-4 ਬੂਟੇ ਸਨ, ਪਰ ਹੁਣ ਇੱਥੋਂ ਸਭ ਜੀਵ ਜੰਤੂਆਂ ਦੇ ਚਿੱਤਰ ਵੀ ਗਾਇਬ ਸਨ। ਜਦੋਂ ਉਹ ਉੱਥੇ ਪਹੁੰਚਿਆ ਤਾਂ ਉਸਨੇ ਦੇਖਿਆ ਕਿ ਉੱਥੇ ਤਾਂ ਉਹ ਵਾਲਾ ਖੋਜ ਕੇਂਦਰ ਵੀ ਨਹੀਂ ਹੈ ਅਤੇ ਖੋਜ ਕੇਂਦਰ ਦੀ ਜਗ੍ਹਾ ਤੇ ਸਮਾਈਰੋ ਫਾਰਮ ਹਾਊਸ ਲਿਖਿਆ ਹੈ। ਉਸਨੇ ਦਰਵਾਜ਼ਾ ਖੜਕਾਇਆ, ਬੈਲ ਵਜਾਈ ਤਾਂ ਇੱਕ ਵਿਅਕਤੀ ਬਾਹਰ ਆਇਆ। ਉਸਨੇ ਕਿਹਾ ਕਿ ਕਿਸ ਨੂੰ ਮਿਲਣਾ ਹੈ, ਤਾਂ ਘੋਗੇ ਨੇ ਕਿਹਾ ਕਿ ਖੋਜ ਕੇਂਦਰ ਵਾਲੇ ਬਾਬਾ ਜੀ ਕਿੱਥੇ ਹਨ, ਮੈਂ ਉਹਨਾਂ ਨੂੰ ਮਿਲਣਾ ਹੈ, ਮੇਰੀ ਦਵਾਈ ਖਤਮ ਹੋ ਗਈ ਹੈ, ਉਹਨਾਂ ਕੋਲੋਂ ਦਵਾਈ ਲੈਣੀ ਹੈ। ਤਾਂ ਉਸਨੇ ਕਿਹਾ ਕਿ ਉਹ ਤਾਂ ਸਾਲ ਕੁ ਪਹਿਲਾਂ ਇੱਥੋਂ ਚਲੇ ਗਏ ਹਨ, ਕਿਉਂਕਿ ਉਹਨਾਂ ਦੇ ਬਹੁਤ ਸਾਰੇ ਜੀਵ ਜੰਤੂ ਸਨ ਜੋ ਇੱਥੋਂ ਦੀ ਗਰਮੀ ਨਹੀਂ ਬਰਦਾਸ਼ਤ ਕਰ ਸਕੇ ਤੇ ਉਹ ਹੁਣ ਕਿਸੇ ਪਹਾੜ ਵਾਲੇ ਇਲਾਕੇ ਵਿੱਚ ਚਲੇ ਗਏ ਹਨ। ਤਾਂ ਜਦੋਂ ਘੋਗੇ ਨੇ ਪੁੱਛਿਆ ਕਿ ਕੀ ਤੁਸੀਂ ਮੈਨੂੰ ਦੱਸ ਸਕਦੇ ਹੋ ਕਿ ਉਹ ਕਿੱਥੇ ਗਏ ਹਨ, ਤਾਂ ਉਹਨਾਂ ਨੇ ਕਿਹਾ ਕਿ ਇਸ ਬਾਰੇ ਸਾਨੂੰ ਨਹੀਂ ਪਤਾ, ਹਾਂ ਕਿਸੇ ਪਹਾੜ ਵਾਲੇ ਇਲਾਕੇ ਵਿੱਚ ਚਲੇ ਗਏ ਹਨ। ਜਦੋਂ ਘੋਗੇ ਨੇ ਇਹ ਗੱਲ ਸੁਣੀ ਤਾਂ ਬਹੁਤ ਹੀ ਨਿਰਾਸ਼ ਹੋ ਗਿਆ। ਕਈ ਵਾਰ ਮਨੁੱਖ ਅਪ੍ਰਾਪਤੀ ਕਾਰਨ ਨਿਰਾਸ਼ ਹੋ ਜਾਂਦਾ ਹੈ। ਜਿਸ ਚੀਜ਼ ਦੀ ਆਸ ਉਸਨੂੰ ਹੁੰਦੀ ਹੈ ਉਸ ਦੇ ਨਾ ਮਿਲਣ ਤੇ ਉਸਦੀ ਆਸ਼ਾ ਨਿਰਾਸ਼ਾ ਵਿੱਚ ਬਦਲ ਜਾਂਦੀ ਹੈ। ਤੇ ਆਖਰੀ ਕਾਂਡ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਕਿ ਘੋਗੇ ਨੂੰ ਆਸ ਸੀ ਕਿ ਪ੍ਰਯੋਗਸ਼ਾਲਾ ਵਾਲੇ ਬਾਬਾ ਜੀ ਤੋਂ ਦਵਾਈ ਲੈ ਲਵੇਗਾ। ਉਹ ਦਵਾਈ ਖਾ ਕੇ ਪਹਿਲਾਂ ਵਾਂਗ ਪੜ੍ਹਾਈ ਵਿੱਚ ਜਮਾਤ ਵਿੱਚੋਂ ਪਹਿਲਾ ਤੇ ਦੂਜਾ ਸਥਾਨ ਪ੍ਰਾਪਤ ਕਰ ਲਵੇਗਾ। ਪਰ ਬਾਬਾ ਜੀ ਉੱਥੋਂ ਜਾ ਚੁੱਕੇ ਸਨ। ਹੁਣ ਉਹ ਇੰਨਾ ਹੌਸਲਾ ਉਸਦਾ ਟਹਿ ਗਿਆ ਸੀ ਕਿ ਉਸ ਕੋਲੋਂ ਤੁਰਨਾ ਵੀ ਬੜਾ ਮੁਸ਼ਕਲ ਲੱਗ ਰਿਹਾ ਸੀ। ਉਹ ਰਾਹ ਦੇ ਨਾਲ ਖੇਤ ਦੀ ਵੱਟ ਉੱਤੇ ਬੈਠ ਗਿਆ। ਉਹ ਸੋਚ ਰਿਹਾ ਸੀ ਕਿ ਦਵਾਈ ਲਈ ਬਾਬਾ ਜੀ ਨੂੰ ਕਿੱਥੇ ਲੱਭੇ, ਪਤਾ ਨਹੀਂ ਕਿੰਨੀ ਦੂਰ ਚਲੇ ਗਏ ਹਨ। ਜਦੋਂ ਮਨੁੱਖ ਨਿਰਾਸ਼ਾ ਵੱਲ ਆਂਦਾ ਹੈ ਤਾਂ ਉਸਨੂੰ ਆਸ ਦਾ ਚਾਨਣ ਵਿਖਾਈ ਦੇਣ ਲੱਗ ਜਾਂਦਾ ਹੈ। ਨਾਵਲ ਵਿਚਲੀ ਘਟਨਾ ਅਨੁਸਾਰ ਘੋਗਾ ਨਿਰਾਸ਼ਾ ਵਿੱਚੋਂ ਨਿਕਲ ਕੇ ਉੱਠ ਖੜੋਤਾ। ਉਸਨੇ ਕਾਲੀ ਹਨੇਰੀ ਭੀੜ ਸੁਰੰਗ ਵੱਲ ਪਿੱਠ ਕਰ ਲਈ ਅਤੇ ਸ਼ਹਿਰ ਵੱਲ ਤੁਰ ਪਿਆ। ਸ਼ਹਿਰ ਜਿੱਥੇ ਉਸਦੀ ਮਾਂ ਸੀ, ਉਸਦਾ ਘਰ ਸੀ, ਉਸਦੇ ਦੋਸਤ ਸਨ, ਸਕੂਲ ਵਿੱਚ ਇਮਤਿਹਾਨ ਹੋਣ ਵਾਲੇ ਸਨ। ਹੁਣ ਉਸਨੇ ਨਿਸ਼ਚਾ ਕਰ ਲਿਆ ਕਿ ਉਹ ਕਿਸੇ ਤੋਂ ਵੀ ਸਹਾਇਤਾ ਨਹੀਂ ਮੰਗੇਗਾ। ਕਿਸੇ ਦੀ ਸਹਾਇਤਾ ਤੋਂ ਬਿਨਾਂ ਉਹ ਇਮਤਿਹਾਨ ਵਿੱਚ ਬੈਠੇਗਾ, ਪਾਸ ਹੋ ਕੇ ਦਿਖਾਏਗਾ। ਇੰਜ ਸ਼ਹਿਰ ਦੀ ਰੋਸ਼ਨੀ ਉਸਦੀ ਆਸ ਦੀ ਨਿਸ਼ਾਨੀ ਆਖੀ ਜਾ ਸਕਦੀ ਹੈ। ਭਾਵ ਅਖੀਰਲੇ ਕਾਂਡ ਵਿੱਚ ਘੋਗੇ ਦੀ ਜਿਹੜੀ ਸਾਰੀ ਭਟਕਣਾ ਸੀ ਉਹ ਬਿਲਕੁਲ ਠੀਕ ਹੋ ਗਈ। ਨਾਵਲਕਾਰ ਕਹਿੰਦਾ ਹੈ ਕਿ ਕੋਈ ਕਰਾਮਾਤ ਨਹੀਂ ਹੁੰਦੀ, ਸਗੋਂ ਬੰਦੇ ਦਾ ਮਨ ਹੀ ਕਰਾਮਾਤਾਂ ਕਰਦਾ ਹੈ। ਇਸੇ ਤਰ੍ਹਾਂ ਹੀ ਘੋਗੇ ਨਾਲ ਵੀ ਵਾਪਰਦਾ ਹੈ।
ਉਹ ਸੋਨ ਕਾਟੋ ਦੇ ਵਜੂਦ ਨੂੰ ਹੀ ਮੰਨ ਲੈਂਦਾ ਹੈ ਅਤੇ ਉਸ ਵਿੱਚ ਆਤਮ ਵਿਸ਼ਵਾਸ ਆ ਜਾਂਦਾ ਹੈ, ਪੜਨ ਲੱਗ ਪੈਂਦਾ ਹੈ। ਫਿਰ ਵੀ ਉਹ ਇਹ ਸਮਝਦਾ ਹੈ ਕਿ ਸੋਨ ਕਾਟੋ ਦੀ ਮਿਹਰਬਾਨੀ ਕਰਕੇ ਹੀ ਹੋ ਰਿਹਾ ਹੈ। ਜਿਵੇਂ ਹੀ ਉਸ ਦਾ ਆਤਮ ਬਲ ਡਿੱਗਦਾ ਹੈ, ਉਸ ਦੀ ਪੜ੍ਹਾਈ ਵਿੱਚ ਇਕਾਗਰਤਾ ਭੰਗ ਹੋ ਜਾਂਦੀ ਹੈ। ਅਸਲ ਵਿੱਚ ਉਹ ਬਹੁਤ ਹੀ ਭਟਕ ਗਿਆ ਸੀ ਅਤੇ ਆਪਣੇ ਆਪ ਤੇ ਵਿਸ਼ਵਾਸ ਨਹੀਂ ਸੀ। ਫਿਰ ਨਾਵਲਕਾਰ ਕਹਿੰਦਾ ਹੈ ਕਿ ਜਦੋਂ ਬੰਦਾ ਹਥਿਆਰ ਸੁੱਟ ਦਿੰਦਾ ਹੈ ਤਦ ਉਸ ਦਾ ਆਪਣੇ ਆਪ ਉੱਪਰ ਵਿਸ਼ਵਾਸ ਖਤਮ ਹੋ ਜਾਂਦਾ ਹੈ। ਇਸ ਤਰ੍ਹਾਂ ਘੋਗਾ ਪੜ੍ਹਾਈ ਸੰਬੰਧੀ ਆਪਣੀਆਂ ਜ਼ਿੰਮੇਵਾਰੀਆਂ ਨਿਭਾਉਣ ਦੀ ਥਾਂ ਕਾਲਪਨਿਕ ਘਟਨਾਵਾਂ, ਅੰਧ ਵਿਸ਼ਵਾਸਾਂ ਅਤੇ ਗੈਬੀ ਸ਼ਕਤੀਆਂ ਦੇ ਭਰਮ ਜਾਲ ਵਿੱਚ ਪਿਆ ਹੋਇਆ ਦਿਸ਼ਾਹੀਨ ਹੋ ਜਾਂਦਾ ਹੈ। ਇਸ ਕਾਰਨ ਉਸ ਦਾ ਸਿਰਫ ਪੜ੍ਹਾਈ ਪੱਖੋਂ ਹੀ ਨੁਕਸਾਨ ਨਹੀਂ ਹੁੰਦਾ, ਸਗੋਂ ਬਹੁਤ ਸਾਰੀਆਂ ਮਾੜੀਆਂ ਆਦਤਾਂ ਜਿਵੇਂ ਝੂਠ ਬੋਲਣਾ, ਬਹਾਨੇ ਬਣਾਉਣਾ, ਲੜਨਾ, ਬਦਲਾਖੋਰ ਦੀ ਭਾਵਨਾ ਪੈਦਾ ਕਰਨਾ, ਸਵਾਰਥੀਪਨ ਅਤੇ ਆਪ ਉਦਰੇਪਨ ਦਾ ਸ਼ਿਕਾਰ ਵੀ ਹੋ ਜਾਂਦਾ ਹੈ। ਫਿਰ ਵਿਅਰਥ ਦੀ ਭਟਕਣਾ ਵਿੱਚ ਭਟਕਦੇ ਹੋਏ ਇੱਕ ਦਿਨ ਪ੍ਰਕਿਰਤੀ ਵਿਗਿਆਨ ਖੋਜ ਕੇਂਦਰ ਵਿੱਚ ਪਹੁੰਚਣ ਤੋਂ ਬਾਅਦ ਜਦੋਂ ਬਾਬਾ ਜੀ ਵੱਲੋਂ ਦਿੱਤੀਆਂ ਨਸੀਹਤਾਂ ਦੀ ਦਵਾਈ ਦੀ ਲਾਪਰਵਾਹੀ ਵਰਤਣ ਤੋਂ ਬਾਅਦ ਦਵਾਈ ਵਕਤ ਤੋਂ ਪਹਿਲਾਂ ਹੀ ਖਤਮ ਹੋ ਜਾਂਦੀ ਹੈ, ਫਿਰ ਉਹ ਦੁਬਾਰਾ ਬਾਬਾ ਜੀ ਕੋਲ ਜਾਂਦਾ ਹੈ ਤਾਂ ਜ਼ਿਆਦਾ ਨਿਰਾਸ਼ ਹੋ ਜਾਂਦਾ ਹੈ। ਉਸ ਨੂੰ ਸੋਝੀ ਆ ਜਾਂਦੀ ਹੈ ਕਿ ਕਿਸੇ ਗੈਬੀ ਸ਼ਕਤੀ ਜਾਂ ਕਿਸੇ ਦਵਾਈ ਦੀ ਆਦਤ ਕਰਨ ਦੀ ਬਜਾਏ ਆਪਣੀ ਮਿਹਨਤ, ਹਿੰਮਤ ਅਤੇ ਵਿਸ਼ਵਾਸ ਤੋਂ ਹੀ ਕੰਮ ਲੈਣਾ ਚਾਹੀਦਾ ਹੈ। ਉਸ ਨੂੰ ਉਸੇ ਰਾਹ ਤੇ ਤੁਰਨਾ ਚਾਹੀਦਾ ਹੈ ਜਿਹੜਾ ਉਸ ਦੀ ਮਾਂ, ਉਸ ਦੇ ਅਧਿਆਪਕਾਂ ਅਤੇ ਉਸ ਦੇ ਦੋਸਤ ਇਕਬਾਲ ਦੇ ਪਿਤਾ ਜੀ ਨੇ ਅਤੇ ਪ੍ਰਕਿਰਤੀ ਵਿਗਿਆਨ ਦੇ ਬਾਬਾ ਜੀ ਨੇ ਦੱਸਿਆ ਹੈ। ਇਸ ਤਰ੍ਹਾਂ ਅੰਤ ਤੇ ਲੇਖਕ ਨੇ ਅੰਧ ਵਿਸ਼ਵਾਸਾਂ ਅਤੇ ਕਲਪਨਾਵਾਂ ਦੇ ਹਨੇਰੇ ਵਿੱਚ ਗੁਆਚੇ ਹੋਏ ਮੁੰਡੇ ਨੂੰ ਸਵੈ ਵਿਸ਼ਵਾਸ ਰਾਹੀਂ ਗਿਆਨ ਦੇ ਸਿੱਧੇ ਰਸਤੇ ਤੇ ਪਹੁੰਚਾ ਦਿੱਤਾ। ਧੰਨਵਾਦ।